सत श्री अकाल सारिਆਂ ਨੂੰ। मैं हाँ नवनीत फतेह.com ਤੇ ਤੁਹਾਡਾ ਸਵਾਗਤ ਹੈ। ਸੋ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਇਹ ਹੈਗਾ ਅਦਿੱਤਿਆ L1 ਦੇ ਬਾਰੇ। ਸੋ ਅਦਿੱਤਿਆ L1 ਜਿਹੜਾ ਆ ਇਹ ਇੰਡੀਆ ਦਾ ਪਹਿਲਾ ਸਪੇਸ ਬੇਸਡ ਆਬਜ਼ਰਵੇਟਰੀ ਕਲਾਸ ਸੋਲਰ ਮਿਸ਼ਨ ਆ ਤੇ ਇਹਦੇ ਵਿੱਚ ਆਪਾਂ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਹੈ ਕਿ ਇਹਦੇ ਰਿਲੇਟਡ ਰੀਸੈਂਟਲੀ ਹੀ PPSC ਨੇ 2 ਐਗਜ਼ਾਮਸ, ਇੱਕ ਨੈਬ ਤਹਿਸੀਲਦਾਰ ਦਾ ਤੇ ਇੱਕ ਸੀਨੀਅਰ ਅਸਿਸਟੈਂਟ ਔਰ ਸਾਇੰਟਿਸਟ ਆਫਿਸਰ DNA 2023 ਦੇ ਵਿੱਚ ਹੀ ਦੋਨੋਂ ਐਗਜ਼ਾਮ ਹੋਇਆ ਔਰ ਦੋਨਾਂ ਦੇ ਵਿੱਚ ਕੁਐਸਚਨਸ ਜਿਹੜੇ ਨੇ ਅਦਿੱਤਿਆ L1 ਦੇ ਉੱਪਰ ਪੁੱਛੇ ਗਏ ਨੇ ਔਰ ਉਹਨਾਂ ਕੁਐਸਚਨਸ ਨੂੰ ਮੈਂ ਇਨਕਲੂਡ ਕੀਤਾ। ਸੋ ਇਹ ਵੀਡੀਓ ਦੇਖਣ ਤੋਂ ਬਾਅਦ ਯੂ ਵਿਲ ਬੀ ਏਬਲ ਟੂ ਆਨਸਰ ਦੋਜ਼ ਕੁਐਸਚਨਸ। ਠੀਕ ਹੈ, ਸੋ ਸਟਾਰਟ ਕਰਦੇ ਆ। ਸੋ ਇਸਰੋ ਨੇ 2 ਸਤੰਬਰ ਨੂੰ ਇਹ ਮਿਸ਼ਨ ਜਿਹੜਾ ਲਾਂਚ ਕੀਤਾ ਸੀਗਾ। ਠੀਕ ਹੈ, ਸੋ ਇਸ ਦੇ ਬਾਰੇ ਜਿਹੜਾ ਮਤਲਬ ਇਹਦੇ ਰਿਲੇਟਡ ਜੋ ਵੀ ਡੇਟਾ ਸਾਇੰਟਿਸਟ ਨੇ ਕਲੈਕਟ ਕਰਨਾ ਆ ਉਹ ਥਰੂ ਦਿਸ ਸਟੈਪਸ ਇੰਸਟਰੂਮੈਂਟ ਇਹਨਾਂ ਨੇ ਸਟਾਰਟ ਕਰ ਦਿੱਤਾ ਉਹਨੂੰ ਕਲੈਕਟ ਕਰਨਾ। ਜਿਵੇਂ ਕਿ ਮੈਂ ਤੁਹਾਨੂੰ ਪਿਛਲੀ ਵੀਡੀਓਜ਼ ਦੇ ਵਿੱਚ ਵੀ ਦੱਸਿਆ ਸੀ, ਜਦੋਂ ਚੰਦਰਯਾਨ ਦੇ ਬਾਰੇ ਆਪਾਂ ਪੜ੍ਹਿਆ ਸੀਗਾ ਕਿ ਜਿਹੜਾ ਪੇਲੋਡਸ ਹੁੰਦੇ ਨੇ ਉਹ ਇੱਕ ਤਰ੍ਹਾਂ ਦੇ ਇੰਸਟਰੂਮੈਂਟਸ ਹੁੰਦੇ ਨੇ ਜਿਹੜੇ ਕਿ ਸਾਇੰਟਿਸਟ ਜਾਂ ਐਸਟਰੋਨੋਮਰਸ ਐਸਟਰੋਨੌਟਸ ਲੈ ਕੇ ਜਾਂਦੇ ਨੇ ਸਪੇਸ ਤੇ, ਜਿਨ੍ਹਾਂ ਦੇ ਥਰੂ ਜਿਨ੍ਹਾਂ ਦੀ ਹੈਲਪ ਦੇ ਨਾਲ ਉਹ ਡਿਫਰੈਂਟ ਜੋ ਵੀ ਚੀਜ਼ਾਂ ਉਹਨਾਂ ਨੇ ਸਟੱਡੀ ਕਰਨੀਆਂ ਨੇ ਕਰਦੇ ਨੇ। ਠੀਕ ਹੈ, ਸੋ ਇਸੇ ਤਰ੍ਹਾਂ ਹੀ ਐਸਪੈਕਟਸ ਇੱਕ ਪੇਲੋਡ ਆ। ਠੀਕ ਹੈ, ਟੋਟਲ ਜਿਹੜੇ ਅਦਿੱਤਿਆ L1 ਦੇ ਅੰਡਰ ਪੇਲੋਡਸ ਨੇ ਉਹ 7 ਨੇ। 7 ਦੇ ਵਿੱਚੋਂ ਇੱਕ ਐਸਪੈਕਟਸ ਹੈ। ਜਿਹੜਾ ਐਸਪੈਕਟਸ ਹੈ ਇਹਦਾ ਮੇਨ ਕੰਮ ਹੈਗਾ ਆ ਕਿ ਜਿਹੜੇ ਸੋਲਰ ਵਿੰਡਸ ਨੇ, ਠੀਕ ਹੈ, ਉਹਨਾਂ ਦੀ ਕੰਪੋਜੀਸ਼ਨ ਨੂੰ ਸਟੱਡੀ ਕਰਨਾ, ਬੇਸਿਕਲੀ ਉਹਨਾਂ ਦੇ ਡਾਇਨਾਮਿਕਸ ਨੂੰ ਸਟੱਡੀ ਕਰਨਾ। ਸੋ ਇਹਦਾ ਅੱਗੋਂ ਸਬ ਪੇਲੋਡ ਜਾਂ ਸਬ ਇੰਸਟਰੂਮੈਂਟ ਆਪਾਂ ਕਹਿ ਸਕਦੇ ਹਾਂ ਸਟੈਪਸ, ਜਿਹੜਾ ਕਿ ਸੁਪਰਾ ਥਰਮਲ ਐਂਡ ਐਨਰਜੈਟਿਕ ਪਾਰਟੀਕਲ ਸਪੈਕਟ੍ਰੋਮੀਟਰ ਹੈ, ਫੁੱਲ ਫਾਰਮ, ਰਾਈਟ। ਸੋ ਇਹਨੇ ਜਿਹੜਾ ਆ ਸਾਇੰਟਿਫਿਕ ਡੇਟਾ ਕਲੈਕਟ ਕਰਨਾ ਸਟਾਰਟ ਕਰਤਾ ਹੈ, ਰਾਈਟ। ਦੈਨ ਉਸ ਤੋਂ ਬਾਅਦ ਸਟੈਪਸ ਦੇ ਵਿੱਚ 6 ਸੈਂਸਰ ਲੱਗੇ ਹੋਏ ਆ ਜਿਹੜੇ ਡਿਫਰੈਂਟ ਡਾਇਰੈਕਸ਼ਨਸ ਦੇ ਵਿੱਚ ਜਿਹੜੇ ਆ ਐਨਰਜੈਟਿਕ ਆਇਨਸ ਜਾਂ ਜੋ ਵੀ ਪਲਾਜ਼ਮਾ ਆਇਨਸ ਨੇ ਉਹਨਾਂ ਨੂੰ ਸਟੱਡੀ ਕਰਨਗੇ। ਠੀਕ ਹੈ, ਸੋ ਡਾਟਾ ਕਲੈਕਟਡ ਡਿਊਰਿੰਗ ਅਰਥਸ ਆਰਬਿਟਸ ਹੈਲਪ ਸਾਇੰਟਿਸਟ ਟੂ ਐਨਾਲਾਈਜ਼ ਦ ਬਿਹੇਵੀਅਰ ਆਫ ਪਾਰਟੀਕਲਸ ਸਰਾਊਂਡਿੰਗ ਦ ਅਰਥ ਸਪੈਸ਼ਲੀ ਇਨ ਦ ਪ੍ਰੈਜ਼ੈਂਸ ਆਫ ਮੈਗਨੈਟਿਕ ਫੀਲਡ ਆਫ ਦ ਅਰਥ। ਦੇਖੋ ਅਰਥ ਜਿਹੜੀ ਆ ਅਗਰ ਆਪਾਂ ਦੇਖੀਏ ਤੇ ਇੱਕ ਮੈਗਨੈਟਿਕ ਫੀਲਡ ਜਿਹੜੀ ਆ ਉਹਦੇ ਆਸ-ਪਾਸ ਹੈ ਜਿਹੜੀ ਸਾਨੂੰ ਬਚਾ ਕੇ ਰੱਖਦੀ ਆ ਆਊਟਰ ਇਨਵਾਇਰਮੈਂਟ ਤੋਂ। ਠੀਕ ਹੈ, ਸੋ ਅਰਥ ਦੀ ਮੈਗਨੈਟਿਕ ਫੀਲਡ ਬਹੁਤ ਜ਼ਿਆਦਾ ਸਟਰੋਂਗ ਹੈ ਜਿਹਦੇ ਕਰਕੇ ਸਨ ਤੋਂ ਆਉਂਦੇ ਹੋਏ ਸੋਲਰ ਫਲੇਅਰਸ ਵਗੈਰਾ ਜਾਂ ਕਰੋਨਲ ਮਾਸ ਇਜੈਕਸ਼ਨਸ ਵਗੈਰਾ ਉਹ ਸਾਡੇ ਤੱਕ ਮਤਲਬ ਸਾਨੂੰ ਹਾਰਮ ਨਹੀਂ ਪਹੁੰਚਾਉਂਦੇ। ਠੀਕ ਹੈ, ਬਿਕੋਜ਼ ਆਫ ਦ ਪ੍ਰੈਜ਼ੈਂਸ ਆਫ ਅਰਥਸ ਮੈਗਨੈਟਿਕ ਫੀਲਡ। ਲੇਕਿਨ ਹੁਣ ਸਾਇੰਟਿਸਟ ਜਿਹੜੇ ਇਸ ਚੀਜ਼ ਨੂੰ ਸਟੱਡੀ ਕਰ ਰਹੇ ਨੇ, ਕਿਉਂਕਿ ਕਈ ਵਾਰੀ ਕੀ ਹੁੰਦਾ ਆ, ਤੁਸੀਂ ਦੇਖਿਆ ਹੋਣਾ ਨਦਰਨ ਲਾਈਟਸ ਤੇ ਸਾਊਦਰਨ ਲਾਈਟਸ, ਨਹੀਂ ਦੇਖਿਆ ਤਾਂ ਜ਼ਰੂਰ ਦੇਖਿਓ, ਬਹੁਤ ਹੀ ਬਿਊਟੀਫੁਲ ਹੁੰਦਾ ਆ ਉਹਨਾਂ ਦਾ ਮਤਲਬ। ਅਗਰ ਉਹਨਾਂ ਨੂੰ ਅਗਰ ਜਾ ਕੇ ਦੇਖੀਏ, ਵੈਸੇ ਵੀਡੀਓ 'ਚ ਵੀ ਦੇਖਣ ਨੂੰ ਬਹੁਤ ਅੱਛੀਆਂ ਲੱਗਦੀਆਂ ਨੇ। ਉਹ ਬੇਸਿਕਲੀ ਹੁੰਦਾ ਹੈ ਕਿ ਜਿਹੜੇ ਸਨ ਦੇ ਜੋ ਸੋਲਰ ਫਲੇਅਰਸ ਜਾਂ ਸੋਲਰ ਜਿਹਨੂੰ ਆਪਾਂ ਵਿੰਡਸ ਕਹਿੰਦੇ ਆ, ਉਹ ਜਦੋਂ ਪਾਰਟੀਕਲਸ ਜਿਹੜੇ ਨੇ ਉਹ ਪਲਾਜ਼ਮਾ ਆਇਨਸ ਜਾਂ ਉਹਨਾਂ ਨੂੰ ਕਹਿ ਲਓ ਨੈਗੇਟਿਵਲੀ ਜਾਂ ਪੋਜ਼ਿਟਿਵਲੀ ਚਾਰਜ ਹੁੰਦੇ ਨੇ, ਜਦੋਂ ਅਰਥ ਦੀ ਮੈਗਨੈਟਿਕ ਫੀਲਡ ਦੇ ਨਾਲ ਟਕਰਾਉਂਦੇ ਨੇ ਤੇ ਉਹ ਜਿਹੜੀਆਂ ਉਹ ਲਾਈਟਸ ਜਿਹੜੀਆਂ ਗ੍ਰੀਨ ਲਾਈਟਸ ਜਿਹੜੀਆਂ ਪ੍ਰੋਡਿਊਸ ਹੁੰਦੀਆਂ ਨੇ। ਠੀਕ ਹੈ, ਜਿਹੜੀਆਂ ਸਾਨੂੰ ਵਿਜ਼ੀਬਲ ਨਹੀਂ ਹੈ ਜੇਕਰ ਆਪਾਂ ਬਿਲਕੁਲ ਨਾਰਦਰਨ ਹੈਮਿਸਫੇਅਰ ਤੇ ਚੱਲ ਜਾਈਏ ਜਾਂ ਬਿਲਕੁਲ ਸਾਊਦਰਨ ਹੈਮਿਸਫੇਅਰ ਤੇ ਚੱਲ ਜਾਈਏ। ਠੀਕ ਹੈ, ਲੇਕਿਨ ਕਈ ਵਾਰੀ ਇਹ ਇੰਨੇ ਕੁ ਜ਼ਿਆਦਾ ਸਟਰੋਂਗ ਹੁੰਦੇ ਨੇ ਕਿ ਜਿਹੜਾ ਅਰਥ ਦਾ ਮੈਗਨੈਟੋਸਫੇਅਰ ਹੈ ਉਹਨੂੰ ਬਹੁਤ ਜ਼ਿਆਦਾ ਇੰਪੈਕਟ ਕਰਦੇ ਆ। ਠੀਕ ਹੈ, ਜਿਹਨੂੰ ਆਪਾਂ ਜੀਓਮੈਗਨੈਟਿਕ ਸਟੋਰਮਸ ਵੀ ਬੋਲਦੇ ਆ। ਅਰਥ ਦਾ ਕਮਿਊਨੀਕੇਸ਼ਨ ਡਿਸਟਰਪਟ ਹੋ ਜਾਂਦਾ, GPS ਡਿਸਟਰਪਟ ਹੋ ਜਾਂਦਾ। ਠੀਕ ਹੈ, ਸੋ ਇਸ ਕਰਕੇ ਜਿਹੜਾ ਇਹਨੂੰ ਸਟੱਡੀ ਕਰਨਾ ਜ਼ਰੂਰੀ ਹੈ, ਇਹਦੀ ਕੰਪੋਜੀਸ਼ਨ। ਸੋ ਇਸ ਲਈ ਆਪਾਂ ਥੋੜਾ ਜਿਹਾ ਸਨ ਦਾ ਜਿਹੜਾ ਮੋਟਾ ਪਤਾ ਹੋਣਾ ਚਾਹੀਦਾ ਪਾਰਟ ਉੱਪਰਲਾ ਜਿੱਥੇ ਇਹਨੂੰ ਸਟੱਡੀ ਕਰ ਰਿਹਾ ਕਰੋਨਾ ਤੇ ਕ੍ਰੋਮੋਸਫੇਅਰ। ਠੀਕ ਹੈ, ਆਊਟਰ ਮੋਸਟ ਲੇਅਰ ਜਿਹੜੀ ਸਨ ਦੀ ਜਿਹਨੂੰ ਆਪਾਂ ਕਰੋਨਾ ਬੋਲਦੇ ਆ। ਦੈਨ ਉਸ ਤੋਂ ਬਾਅਦ ਇਹ ਜਿਹੜਾ ਪਾਰਟ ਹੈ ਕ੍ਰੋਮੋਸਫੇਅਰ ਤੁਸੀਂ ਦੇਖ ਰਹੇ ਹੋ। ਸੋ ਉਸ ਤੋਂ ਇਲਾਵਾ ਜੋ ਤੁਹਾਨੂੰ ਆਪਣੀ ਵੀਡੀਓ ਦੇ ਲਈ ਜ਼ਰੂਰੀ ਹੈ ਜਾਣਨਾ ਉਹ ਹੈਗਾ ਸਨ ਸਪੌਟਸ ਤੇ ਸੋਲਰ ਫਲੇਅਰਸ। ਠੀਕ ਹੈ, ਸਨ ਸਪੌਟਸ ਜਿਹੜੇ ਡਾਰਕ ਸਪੌਟਸ ਹੁੰਦੇ ਨੇ ਜਿਨ੍ਹਾਂ ਦਾ ਟੈਂਪਰੇਚਰ ਕੰਪੈਰੀਟਿਵਲੀ ਬਾਕੀ ਏਰੀਆ ਨਾਲੋਂ ਘੱਟ ਹੁੰਦਾ। ਠੀਕ ਹੈ, ਔਰ ਇਹਨਾਂ ਦੇ ਉੱਤੋਂ ਹੀ ਜਿਹੜੇ ਆ ਸੋਲਰ ਫਲੇਅਰਸ ਨਿਕਲਦੇ ਨੇ। ਠੀਕ ਹੈ, ਸੋਲਰ ਫਲੇਅਰਸ ਜਿਹੜੇ ਆ ਇਹਨਾਂ ਦੇ ਨਾਲ ਜਿਹੜੀ ਵੀ ਮੈਗਨੈਟਿਕ ਫੋਰਸ ਐਸੋਸੀਏਟਡ ਹੁੰਦੀ ਆ ਉਹਦੇ ਕਰਕੇ ਰੇਡੀਏਸ਼ਨਸ ਕਰਪਟ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਸੋਲਰ ਫਲੇਅਰਸ ਬੋਲਦੇ ਹਾਂ। ਠੀਕ ਹੈ ਜੀ, ਅੱਗ ਦੇ ਗੋਲੇ ਜਿਸ ਤਰ੍ਹਾਂ ਆਪਾਂ ਕਹਿ ਲਓ, ਹੈ ਨਾ, ਸਿੰਪਲੀ। ਸੋ ਅਦਿੱਤਿਆ L1 ਜਿਹੜਾ ਇੱਕ 1.5 ਟਨ ਸੈਟੇਲਾਈਟ ਹੈ ਦੈਟ ਇਜ਼ ਇਕੁਇਪਡ ਵਿਦ 7 ਪੇਲੋਡਸ, ਜਿਹਦੇ ਬਾਰੇ ਆਪਾਂ ਐਸਪੈਕਟਸ ਦੇ ਬਾਰੇ ਹੁਣੇ ਗੱਲ ਕੀਤੀ ਹੈ। ਸੋ ਇਹ ਪੇਲੋਡਸ ਜਿਹੜੇ ਆ ਸਨ ਦਾ ਐਟਮੋਸਫੇਅਰ ਇਨ ਅ ਵੈਰਾਈਟੀ ਆਫ ਮੈਥਡ ਸਟੱਡੀ ਕਰੂਗਾ। ਠੀਕ ਹੈ, ਵਿਦ ਲਾਈਕ ਰਿਮੋਟ ਸੈਂਸਿੰਗ ਐਂਡ ਇਨ ਸੀਟੂ ਮੈਜਰਮੈਂਟਸ ਯੂਜ਼ ਕਰਕੇ। The spacecraft will be placed in a halo orbit around Sun Earth Lagrange point 1. So total ਜਿਹੜੇ Lagrange point 5 ਹੁੰਦੇ ਨੇ ਜਿਨ੍ਹਾਂ ਦੇ ਬਾਰੇ ਆਪਾਂ ਵੀਡੀਓ ਦੇ ਵਿੱਚ ਜ਼ਰੂਰ ਚਰਚਾ ਕਰਾਂਗੇ ਐਂਡ ਦੇ ਵਿੱਚ। ਲੇਕਿਨ ਫਿਲਹਾਲ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਇਸ ਅਦਿੱਤਿਆ L1 ਆ ਇਹਨੂੰ Lagrange point 1 ਤੇ ਰੱਖਿਆ ਗਿਆ ਆ।
ਲੈਗਰੇਜ ਪੁਆਇੰਟਸ ਉਹ ਪੁਆਇੰਟ ਹੁੰਦੇ ਨੇ ਜਿੱਥੇ ਦੋ ਬੋਡੀਜ਼ ਦੇ ਮਾਸਿਸ ਜਿਹੜੇ ਆ ਉਹਨਾਂ ਦੀ ਗ੍ਰੈਵਿਟੇਸ਼ਨਲ ਫੋਰਸ ਲਗਭਗ ਇਕੁਅਲ ਹੋ ਜਾਂਦੀ ਹੈ, ਤਾਂ ਕਿ ਜਿਹੜੀ ਸੈਟੇਲਾਈਟ ਹੈ, ਠੀਕ ਹੈ, ਉਹਦਾ ਉੱਥੇ ਮਤਲਬ ਅਗਰ ਉਹਨੂੰ ਉੱਥੇ ਰਵੇ ਤੇ ਉਹਨੂੰ ਕਿਸੇ ਵੀ ਤਰ੍ਹਾਂ ਦੀ ਡਿਸਟਰਬੈਂਸ ਨਹੀਂ ਹੁੰਦੀ ਹੈ, ਠੀਕ ਹੈ। ਮੋਰ ਓਵਰ ਫਿਊਲ ਵੀ ਜਿਹੜਾ ਹੈ ਘੱਟ ਲੱਗਦਾ ਆ, ਠੀਕ ਹੈ। ਸੋ ਉਹਨੂੰ ਗ੍ਰੈਵਿਟੇਸ਼ਨ ਫੋਰਸ ਦੋਵਾਂ ਮਾਸਿਸ ਦੀ ਇੱਥੇ ਮਾਸਿਸ ਕੀ ਨੇ, ਸਨ ਤੇ ਅਰਥ, ਤੇ ਇੱਕ ਤਰ੍ਹਾਂ ਬਰਾਬਰ ਹੋ ਜਾਂਦੀ ਹੈ, ਉਹਨੂੰ ਆਪਾਂ ਲੈਗਰੇਜ 1 ਪੁਆਇੰਟ ਬੋਲਦੇ ਹਾਂ, ਠੀਕ ਹੈ। ਸੋ ਆਦਿਤਿਆ L1 ਮਿਸ਼ਨ ਜਿਹੜਾ ਹੈ ਲਗਭਗ 5 ਸਾਲ ਤੱਕ ਰਹੂਗਾ, ਔਰ ਇਹਨੇ ਵਹੀਕਲ ਜਿਹੜਾ ਯੂਜ਼ ਕੀਤਾ ਲਾਂਚ ਕਰਨ ਲਈ ਉਹ ਹੈਗਾ PSLV C57 ਪੋਲਰ ਸੈਟੇਲਾਈਟ ਲਾਂਚ ਵਹੀਕਲ C57 ਇਹ 25th ਮਿਸ਼ਨ ਹੈ ਯੂਜ਼ਿੰਗ PSLV XL ਕਨਫਿਗਰੇਸ਼ਨ। ਦੈਨ ਉਸ ਤੋਂ ਬਾਅਦ ਹੋਰ ਇਹਦੇ ਆਬਜੈਕਟਿਵਸ ਕੀ ਨੇ ਬੇਸਿਕਲੀ, ਸੋ ਸਟੱਡੀ ਦਾ ਸੋਲਰ ਅਪਰ ਐਟਮੋਸਫੇਅਰ ਕ੍ਰੋਮੋਸਫੇਅਰ ਤੇ ਕਰੋਨਾ ਨੂੰ ਸਟੱਡੀ ਕਰਨਾ, ਸਟੱਡੀ ਆਫ ਕ੍ਰੋਮੋਸਫੇਰਿਕ ਐਂਡ ਕਰੋਨਲ ਹੀਟਿੰਗ, ਫਿਜ਼ਿਕਸ ਆਫ ਪਾਰਸ਼ਲਾਈਜ਼ਡ ਆਇਨਿਸਟ ਪਲਾਜ਼ਮਾ, ਠੀਕ ਹੈ। ਜਿਸ ਤਰ੍ਹਾਂ ਮੂਨ ਦੇ ਉੱਪਰ ਆਪਾਂ ਪੜਿਆ ਸੀਗਾ, ਇਸੇ ਤਰ੍ਹਾਂ ਸਨ ਦੇ ਉੱਪਰ ਵੀ ਹੈ, ਠੀਕ ਹੈ। ਉਸ ਚੀਜ਼ ਨੂੰ ਸਟੱਡੀ ਕਰਨਾ, ਅਬਜ਼ਰਵ ਦਾ ਇਨ ਸੀਟੂ ਪਾਰਟੀਕਲ ਐਂਡ ਪਲਾਜ਼ਮਾ ਐਨਵਾਇਰਨਮੈਂਟ, ਆਈਡੈਂਟੀਫਾਈ ਦਾ ਸੀਕੁਐਂਸ, ਜੋ ਵੀ ਸੀਕੁਐਂਸ ਹੁੰਦਾ ਮਲਟੀਪਲ ਲੇਅਰਸ ਦੇ ਉੱਤੇ ਕਿਸ ਤਰ੍ਹਾਂ ਦੇ ਇਵੈਂਟਸ ਹੁੰਦੇ ਨੇ ਕਰੋਨਾ ਤੇ ਕ੍ਰੋਮੋਸਫੇਅਰ ਤੇ ਐਂਡ ਸੋ ਔਨ, ਉਹ ਸਾਰੀਆਂ ਚੀਜ਼ਾਂ ਨੂੰ ਸਟੱਡੀ ਕਰਨਾ, which eventually leads to solar eruptive events such as coronal mass ejections and solar flares, drivers for space weather, region composition, dynamics of the solar wind. So coronal mass ejection ਕੀ ਹੈ, these are large eruptions of magnetized plasma from sun's outer atmosphere, ਠੀਕ ਹੈ। ਕਰੋਨਾ ਦੇ ਉੱਪਰੋਂ ਜਿਹੜੇ ਆ ਇੱਕ ਤਰ੍ਹਾਂ ਦੇ ਇਹ eruptions ਹੁੰਦੀਆਂ ਨੇ that propagates outwards into the interplanetary space, ਮਤਲਬ ਸਾਰੇ ਹੀ ਪਲੈਨਟਸ ਤੱਕ ਇਹਦਾ ਇੰਪੈਕਟ ਜਿਹੜਾ ਜਾਂਦਾ ਹੈ, ਜਿਸ ਤਰ੍ਹਾਂ ਅਰਥ ਦੇ ਮੈਗਨੈਟਿਕ ਫੀਲਡ ਨਾਲ ਵੀ ਟਕਰਾ ਕੇ ਨਾਰਦਰਨ ਲਾਈਟਸ ਜਿਹੜੀਆਂ ਪ੍ਰੋਡਿਊਸ ਕਰਦੇ ਨੇ। ਸੋਲਰ ਫਲੇਅਰਸ ਕੀ ਹੁੰਦਾ, ਇਹ ਦੋਵਾਂ ਹੁੰਦੇ ਤੇ ਇੱਕੋ ਤਰ੍ਹਾਂ ਦੀ ਆ ਚੀਜ਼ਾਂ ਆ, ਲੇਕਿਨ ਸੋਲਰ ਫਲੇਅਰਸ ਜਿਹੜੇ ਬੇਸਿਕਲੀ ਸਨ ਸਪੌਟਸ ਤੋਂ ਨਿਕਲਦੇ ਆ, ਠੀਕ ਹੈ। ਸਨ ਸਪੌਟਸ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ, ਡਾਰਕ ਸਪੌਟਸ ਹੁੰਦੇ ਨੇ ਸਨ ਦੇ ਉੱਤੇ ਜਿਨ੍ਹਾਂ ਦਾ ਟੈਂਪਰੇਚਰ ਕੂਲਰ ਹੁੰਦਾ ਹੈ ਕੰਪੈਰੀਟਿਵਲੀ, ਠੀਕ ਹੈ। ਸੋ these are again intense burst of radiations coming from release of magnetic energy associated with sunspots. These are solar systems largest explosive events. ਹੁਣ ਆਪਾਂ ਗੱਲ ਕਰਾਂਗੇ 7 payloads ਦੀ, ਜਿਹਦੇ ਉੱਤੇ ਕੁਐਸਚਨ ਵੀ ਆਇਆ ਸੀਗਾ। ਸੋ ਸਭ ਤੋਂ ਪਹਿਲਾਂ ਹੈਗਾ ਵਿਜ਼ੀਬਲ ਐਮਿਸ਼ਨ ਲਾਈਨ ਕਰੋਨਾਗ੍ਰਾਫ। ਸੋ ਇਹ ਬੇਸਿਕਲੀ ਜਿਹੜਾ ਕਰੋਨਾ ਆ ਉਹਨੂੰ ਵਿਜ਼ੀਬਲ ਲਾਈਟ ਸਪੈਕਟਰਮ ਦੇ ਵਿੱਚ ਉਹਦੀ ਇਮੇਜ ਕਰੂਗਾ। ਉਸ ਤੋਂ ਬਾਅਦ ਸੋਲਰ ਅਲਟਰਾਵਾਇਲਟ ਇਮੇਜਿੰਗ ਸੈਟੇਲਾਈਟ ਹੈ, ਇਹ ਅਲਟਰਾਵਾਇਲਟ ਲਾਈਟ ਸਪੈਕਟਰਮ ਦੇ ਵਿੱਚ ਉਸ ਰੀਜਨ ਦੇ ਵਿੱਚ ਉਹਨੂੰ ਜਿਹੜਾ ਇਮੇਜ ਕਰੂਗਾ ਉਹਦੀ। ਉਸ ਤੋਂ ਬਾਅਦ ਸੋਲੈਕਸ ਜਿਹੜਾ ਆ ਇਹ ਸੋਲਰ ਐਕਸ-ਰੇਜ਼ ਦਾ ਜੋ ਸਪੈਕਟਰਮ ਹੋਏਗਾ ਉਹਦੇ ਵਿੱਚ ਇਮੇਜਿੰਗ ਕਰੇਗਾ। ਲੇਕਿਨ ਇਸੇ ਤਰ੍ਹਾਂ ਹੀਲੀਓਸ ਜਿਹੜਾ ਆ ਹਾਈ ਐਨਰਜੀ N1 ਆਰਬਿਟਿੰਗ ਐਕਸ-ਰੇ ਸਪੈਕਟਰੋਮੀਟਰ, ਦੇਖੋ ਇਹ ਵੀ ਮੇਜਰ ਕਰੇਗਾ ਸਪੈਕਟਰਮ ਆਫ ਸੋਲਰ ਐਕਸ-ਰੇਜ਼, ਇਹ ਵੀ ਉਹੀ ਚੀਜ਼ ਕਰੇਗਾ ਲੇਕਿਨ ਇਹ ਹਾਈ ਐਨਰਜੀ ਰੀਜਨ ਦੇ ਵਿੱਚ ਕਰੂਗਾ, ਠੀਕ ਹੈ, ਹੀਲੀਓਸ ਜਿਹੜਾ ਹੈ। ਉਸ ਤੋਂ ਬਾਅਦ ਆ ਗਿਆ ਪਾਪਾ ਕੀ ਹੈ, ਪਲਾਜ਼ਮਾ ਐਨਾਲਾਈਜ਼ਰ ਪੈਕੇਜ ਫॉर ਆਦਿਤਿਆ। ਸੋ ਇਹ ਮੇਜਰ ਕਰੂਗਾ ਪ੍ਰੋਪਰਟੀਜ਼ ਆਫ ਸੋਲਰ ਵਿੰਡ ਪਲਾਜ਼ਮਾ ਸਚ ਐਸ ਡੈਂਸਿਟੀ, ਟੈਂਪਰੇਚਰ ਐਂਡ ਕੰਪੋਜੀਸ਼ਨ। ਹੁਣ ਇੱਥੇ ਧਿਆਨ ਨਾਲ ਦੇਖਿਓ, ਜਿਹੜਾ ਨੈਬ ਤਹਿਸੀਲਦਾਰ ਦੇ ਵਿੱਚ ਕੁਐਸਚਨ ਆਇਆ ਸੀਗਾ ਉਹਦੇ ਵਿੱਚ ਐਕਚੁਅਲੀ 2 ਆਪਸ਼ਨਸ ਬਣਦੀਆਂ ਸੀਗੀਆਂ, ਜਿਹਦੇ ਕਰਕੇ ਹੁਣ ਤੁਹਾਨੂੰ ਪਤਾ ਹੋਏਗਾ ਸ਼ਾਇਦ ਕਾਫੀ ਜਾਣਿਆਂ ਕਿ ਕੇਸ ਵੀ ਪਿਆ ਹੋਇਆ ਆ। ਸੋ ਇਹ 2 ਆਪਸ਼ਨਸ ਉਹਨਾਂ ਨੇ ਕਿ ਇਹ ਦੋਵੇਂ ਆਪਸ਼ਨਸ ਇਨਕਲੂਡ ਕੀਤੀਆਂ ਨੇ, ਔਰ ਇਹ ਦੋਨੋਂ ਆਪਸ਼ਨਸ ਬਣਦੀਆਂ ਨੇ, ਲੇਕਿਨ ਉਹਨਾਂ ਨੇ ਸਿਰਫ ਇਹਨੂੰ ਹੀ ਟਿਕ ਕੀਤਾ ਆ, ਠੀਕ ਹੈ। ਸੋ ਇਹਦੇ ਵਿੱਚ ਦੋਵਾਂ ਦੇ ਵਿੱਚ ਹੀ ਸੋਲਰ ਵਿੰਡ ਦੀ ਕੰਪੋਜੀਸ਼ਨ ਨੂੰ ਜਿਹੜਾ ਹੈ ਮੇਜਰ ਕਰਨਾ ਹੈ, ਬਟ ਇਹਦੇ ਵਿੱਚ ਕੀ ਹੈ, it will measure the properties of solar wind plasma such as density, temperature and composition, और ਇਹਦੇ ਵਿੱਚ aspects ਦੇ ਵਿੱਚ ਕੀ ਹੈ, it will measure the properties of energetic particles in solar wind such as their energy, charge and mass, ਠੀਕ ਹੈ। ਉਹਦੇ ਵਿੱਚ ਕੀ ਹੈ, density, temperature and composition ਵਰਗੇ ਡਾਇਨਾਮਿਕਸ ਨੂੰ ਮੇਜਰ ਕਰਨਾ, ਇਹਦੇ ਵਿੱਚ energy, charge and mass, ਲੇਕਿਨ ਦੋਨਾਂ ਦਾ ਹੀ ਜਿਹੜਾ ਮੇਨ ਟਾਰਗੇਟ ਹੈ ਸੋਲਰ ਵਿੰਡਸ ਨੂੰ ਐਨਾਲਾਈਜ਼ ਕਰਨਾ। ਉਸ ਤੋਂ ਬਾਅਦ ਲਾਸਟ ਹੈਗਾ ਸੋਲਰ ਇਰੇਡੀਐਂਸ ਮੋਨੀਟਰ। ਸੋ ਇਰੇਡੀਏਸ਼ਨ ਕੀ ਹੁੰਦੀ ਹੈ, ਜਿੰਨੀ ਟੋਟਲ ਅਮਾਉਂਟ ਆਫ એનર્ਜੀ ਜਿਹੜੀ ਹੈ ਸਨ ਨੇ ਰਿਲੀਜ਼ ਕੀਤੀ ਹੈ, ਸੋ ਉਸ ਚੀਜ਼ ਨੂੰ ਮੇਜਰ ਕਰਨਾ, ਠੀਕ ਹੈ। ਇਹ ਇਹਦਾ ਕੰਮ ਹੋਏਗਾ ਸਿਮ ਦਾ, ਸੋਲਰ ਇਰੇਡੀਐਂਸ ਮੋਨੀਟਰ। ਸੋ ਇਹ ਇਹਦਾ ਜਿਹੜਾ ਆ ਪੂਰਾ ਤੁਸੀਂ ਦੇਖ ਸਕਦੇ ਹੋ ਕੰਪੋਜੀਸ਼ਨ ਕਿਤੇ ਦੇ ਜਿਹੜੇ ਆ ਲੱਗੇ ਹੋਏ ਆ ਪੇਲੋਡਸ ਵਗੈਰਾ, ਇੰਸਟਰੂਮੈਂਟਸ ਵਗੈਰਾ। ਸੋ ਉਸ ਤੋਂ ਬਾਅਦ ਲੈਗਰੇਜ ਪੁਆਇੰਟਸ ਦੀ ਗੱਲ ਕਰਾਂਗੇ। ਲੈਗਰੇਂਜੀਅਨ ਪੁਆਇੰਟਸ ਜਿਹੜੇ ਹੁੰਦੇ ਨੇ ਉਹੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਗ੍ਰੈਵਿਟੇਸ਼ਨ ਪੁੱਲ ਜਿਹੜਾ ਆ 2 ਮਾਸਿਸ ਦਾ ਇਹ ਲਗਭਗ ਇਕੁਅਲ ਹੋ ਜਾਂਦਾ ਆ, ਠੀਕ ਹੈ। ਜਿੰਨੀ ਇੱਕ ਸੈਂਟਰੀਪੀਟਲ ਫੋਰਸ ਚਾਹੀਦੀ ਆ ਇੱਕ ਸੈਟੇਲਾਈਟ ਨੂੰ ਆਰਬਿਟ ਦੇ ਵਿੱਚ ਰਹਿਣ ਲਈ, ਉਹਨੂੰ ਪਰਟੀਕੁਲਰਲੀ ਉੱਥੇ ਮਿਲਦੀ ਹੈ, ਠੀਕ ਹੈ, ਜਿਹਦੇ ਕਰਕੇ ਉਹਦਾ ਫਿਊਲ ਵੀ ਘੱਟ ਲੱਗਦਾ ਹੈ। ਸੋ ਬੇਸਿਕਲੀ ਟੋਟਲ 5 ਲੈਗਰੇਂਜੀਅਨ ਪੁਆਇੰਟਸ ਨੇ, ਤੁਸੀਂ ਦੇਖ ਸਕਦੇ ਹੋ। ਸੋ L1 ਜਿਹੜਾ ਹੈ ਬੇਸਿਕਲੀ ਸਨ ਤੇ ਅਰਥ ਦੇ ਬਿਲਕੁਲ ਵਿਚਕਾਰ ਹੈ, ਜਿਹਦੇ ਕਰਕੇ ਕੋਈ ਵੀ ਐਕਲਿਪਸ ਕਿਸੇ ਤਰ੍ਹਾਂ ਦਾ ਗ੍ਰੈਂਡ ਜਿਹਨੂੰ ਆਪਾਂ ਕਹਿ ਦਿੰਦੇ ਲੱਗੂਗਾ ਤੇ ਇਹਨੂੰ ਸਟੱਡੀ ਦੇ ਵਿੱਚ ਕੋਈ ਵੀ ਇੰਟਰਪਸ਼ਨ ਨਹੀਂ ਹੋਏਗੀ, ਠੀਕ ਹੈ, ਲੈਗਰੇਂਜੀਅਨ 1 ਪੁਆਇੰਟ ਦੇ ਉੱਤੇ। ਸੋ L1 ਜਿਹੜਾ ਮੋਸਟ ਸਿਗਨੀਫੀਕੈਂਟ ਹੈ, ਠੀਕ ਹੈ।
Satellite placed in halo orbit around L1 has major advantage of continuously viewing the sun without any occultation or eclipses. It is currently home to solar and heliospheric observatory satellite. NASA ਦੀ satellite ਹੈ ਜਿਹੜੀ already ਇੱਥੇ ਕੰਮ ਕਰ ਰਹੀ ਹੈ। Then ਉਸ ਤੋਂ ਬਾਅਦ position directly behind ਜਿਹੜਾ L2 ਹੈ, ਠੀਕ ਹੈ, L2 ਆ ਦੇਖ ਸਕਦੇ ਹੋ ਤੁਸੀਂ। ਸੋ ਇਹ directly अर्थ ਦੇ ਬਿਲਕੁਲ behind ਹੈ and as viewed from the sun ਤੋਂ ਅਗਰ ਆਪਾਂ ਦੇਖੀਏ ਤੇ L2 is excellent for observing the large universe without Earth's shadows interference. James Webb ਜਿਹੜੀ ਹੈਗੀ NASA ਦੀ, ਠੀਕ ਹੈ, ਸਪੇਸ ਟੈਲੀਸਕੋਪ, ਇਹ ਬੇਸਿਕਲੀ L2 ਦੇ ਲਾਗੇ ਹੀ ਆ, ਠੀਕ ਹੈ, ਇਸ ਪੁਆਇੰਟ ਦੇ। L3 ਜਿਹੜਾ ਇਟ ਇਜ਼ ਪੋਜੀਸ਼ਨ ਬਿਹਾਈਂਡ ਸਨ, ਆ ਦੇਖ ਸਕਦੇ ਹੋ, ਠੀਕ ਹੈ, ਸਨ ਦੇ ਬਿਲਕੁਲ ਪਿੱਛੇ ਐਂਡ ਬਿਲਕੁਲ ਆਪੋਜ਼ਿਟ ਅਰਥ ਦੇ ਬਿਲਕੁਲ ਆਪੋਜ਼ਿਟ। It offers potential observations of the far side of the sun. L4 ਤੇ L5 ਜਿਹੜੇ ਆ they maintain stable positions, ਆ ਦੇਖ ਸਕਦੇ ਹੋ, ਇਹ equilateral triangle ਜਿਹੜਾ ਆ ਬਣਾਉਂਦੇ ਨੇ, ਠੀਕ ਹੈ, with two larger bodies. They are often used for space observation such as for studying asteroids ਵਗੈਰਾ ਨੂੰ ਸਟੱਡੀ ਕਰਨ ਲਈ। ਸੋ L1 L2 ਤੇ L3 ਜਿਹੜੇ ਆ ਇਹ ਜ਼ਿਆਦਾਤਰ ਅਨਸਟੇਬਲ ਨੇ, L1 L2 ਤੇ L3, L4 ਤੇ L5 ਜਿਹੜੇ ਆ ਸਟੇਬਲ ਨੇ, ਠੀਕ ਹੈ। ਸੋ ਜਿਹੜੇ ਅਨਸਟੇਬਲ ਹੁੰਦੇ ਆ ਇਹ ਕੀ ਕਰਦੇ ਨੇ, ਸੈਟੇਲਾਈਟਸ ਨੂੰ ਆਪਣੀ ਡਾਇਰੈਕਸ਼ਨ ਜਿਹੜੀ ਨਾ ਹਿਸਾਬ ਨਾਲ ਥੋੜੀ ਬਦਲਣੀ ਪੈਂਦੀ ਹੈ, ਠੀਕ ਹੈ, ਥੋੜੀਆਂ ਬਹੁਤੀਆਂ ਡਿਸਟਰਬੈਂਸਿਸ ਹੁੰਦੀਆਂ ਨੇ ਇਹਨਾਂ ਕਰਕੇ। So therefore satellites orbiting these points need regular course correction to maintain their positions, ठीक है। So significance की है, these points in space for a two-body system such as Sun and Earth can be used by spacecraft to remain at these point positions with reduced fuel consumption. Placing satellite around L1 gives advantage of continuous observation, जितना कि है ना पढ़ा ही है हमने। सो इस तो इलावा ਇਹਦਾ ਇੱਕ ਹੋਰ point जो कि information ਇਹਦੇ ਨਾਲ related है कि these are named in honor of Italian French mathematician Giuseppe Louis Lagrange. Lagrange point 1 lies between Sun Earth line and distance of L1 from Earth is approximately. So ਇਹਦਾ ਜਿਹੜਾ distance ਹੈਗਾ ਆ L1 ਤੋਂ Earth ਦਾ approximately ਜਿੰਨਾ Earth ਤੇ Sun ਦਾ distance ਉਹਦਾ 1% ਹੈ। ਸੋ ਨਾਸਾ ਦਾ ਜਿਹੜਾ ਨਾਸਾ ਤੇ ਯੂਰੋਪੀਅਨ ਸਪੇਸ ਏਜੰਸੀ ਦਾ ਜਿਹੜਾ ਇੱਕ ਜੁਆਇੰਟ ਪ੍ਰੋਜੈਕਟ ਹੈ solar and heliospheric observatory satellite, it is placed near L1 point with while NASA ਦਾ ਜਿਹੜਾ James Webb Space Telescope ਹੈ it is placed near point 2, ਠੀਕ ਹੈ। ਸੋ ਇਹ ਕੁਐਸਚਨ ਜਿਹੜਾ ਹੈ ਇਹ PPSC ਸਾਇੰਟੀਫਿਕ ਆਫੀਸਰ ਟੀਚਿੰਗ, ਸਾਇੰਟਿਫਿਕ ਆਫੀਸਰ DNA, ਸਾਇੰਟਿਫਿਕ ਅਸਿਸਟੈਂਟ DNA 2023 ਦੇ ਵਿੱਚ ਆਇਆ ਸੀਗਾ। So Aditya L1 the solar observatory will have 7 payloads, ठीक है, 7 instruments होंगे on board to study sun's corona पर पढ़िया होने solar emission, solar wind flares, coronal mass ejection, and will carry out round the clock imaging of the sun. A support center have been created to let every researcher in India perform analysis over scientific data, मतलब L1 ਤੋਂ ਜਿੰਨਾ ਵੀ scientific data collect ਹੋਊਗਾ, ਠੀਕ ਹੈ, ਉਹ ਇਸ observatory ਕੋ ਹੋਊਗਾ ਜਿਹਦੇ ਨਾਲ ਕਿ ਬਾਕੀ ਵੀ ਦੇਸ਼ ਦੇ ਸਾਇੰਟਿਸਟ ਉੱਥੋਂ ਡੇਟਾ ਕਲੈਕਟ ਕਰਕੇ ਐਨਾਲਾਈਜ਼ ਉਹਨੂੰ ਕਰ ਸਕਦੇ ਨੇ। ਸੋ ਇਹ observatory ਜਾਂ ਇਹ ਸੈਂਟਰ ਜਿਹੜਾ ਕਿੱਥੇ ਲੋਕੇਟਡ ਹੈ? ਸੋ ਦਾ ਆਨਸਰ ਇਜ਼ B, ਆਰਿਆਭੱਟ ਰਿਸਰਚ ਇੰਸਟੀਚਿਊਟ ਆਫ observational satellite, Aries, ਨੈਨੀਤਾਲ ਉੱਤਰਾਖੰਡ ਦੇ ਵਿੱਚ ਹੈ, ਠੀਕ ਹੈ ਜੀ। ਸੋ ਨੈਕਸਟ ਕੁਐਸਚਨ ਜਿਹੜਾ ਆ ਇਹ ਨੈਬ ਤਹਿਸੀਲਦਾਰ ਦੇ ਵਿੱਚ ਆਇਆ ਹੈ। Aditya L1 mission of ISRO will enable a comprehensive understanding of the dynamical processes of the sun and address some of the outstanding problems in solar physics. Which instrument will help, मतलब ਇਹਦੇ ਵਿੱਚ payload ਦੇ ਬਾਰੇ ਗੱਲ ਕਰ ਰਿਹਾ ਹੈ ਕਿ ਜਿਹੜਾ ਕਿ ਅੰਡਰਸਟੈਂਡ ਕਰਨ 'ਚ ਹੈਲਪ ਕਰੂਗਾ composition of solar wind and its energy distribution, ਠੀਕ ਹੈ। ਸੋ ਅਗਰ ਆਪਾਂ ਇੱਥੇ ਜਾਈਏ ਜਿੱਥੇ ਆਪਾਂ ਪੇਲੋਡਸ ਦੇ ਬਾਰੇ ਪੜ੍ਹਿਆ ਸੀਗਾ, ਸੋਲਰ ਵਿੰਡ ਐਂਡ એનર્ਜੀ ਕੰਪੋਜੀਸ਼ਨ ਦੇ ਬਾਰੇ। ਸੋ ਸੋਲਰ ਵਿੰਡ ਦੀ ਕੰਪੋਜੀਸ਼ਨ ਬਾਰੇ ਜਿਹੜਾ ਪਾਪਾ ਕਰੂਗਾ, ਠੀਕ ਹੈ, ਲੇਕਿਨ ਔਨ ਦਾ ਅਦਰ ਹੈਂਡ એનર્ਜੀ ਡਿਸਟ੍ਰੀਬਿਊਸ਼ਨ ਦੇ ਬਾਰੇ ਜਿਹੜਾ ਆ ਉਹ ਇਹ ਐਸਪੈਕਟ ਸਟੱਡੀ ਕਰੂਗਾ, ਠੀਕ ਹੈ। ਇਸ ਲਈ ਤੇ ਆਨਸਰ ਜਿਹੜੇ ਆ ਦੋ ਬਣਦੇ ਆ ਜਿਹੜਾ ਹਜੇ ਬੱਚਿਆਂ ਨੇ ਕਲੇਮ ਕੀਤੇ ਵੀ ਆ, ਠੀਕ ਹੈ। ਸੋ ਫਿਲਹਾਲ ਇਹਦਾ ਆਨਸਰ ਉਹਨਾਂ ਨੇ ਪਾਪਾ ਦੱਸਿਆ ਹੈ, ਠੀਕ ਹੈ। ਸੋ that was all. Thank you very much.